ਸੋ ਬ੍ਰੇਕ ਤੋਂ ਬਾਅਦ ਪ੍ਰਵਾਸੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਸੋ ਦੋਸਤੋ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਅੱਜ ਜਿਹੜੀ ਕੀਸਟੋਨ ਐਕਸਐਲ ਪਾਈਪਲਾਈਨ ਹੈ ਉਸ ਦਾ ਜਿਹੜਾ ਮਸਲਾ ਉੱਠਿਆ ਹੈ, ਜਦੋਂ ਤੋਂ ਜੋ ਬਾਈਡਨ ਹੋਣਾ ਨੇ ਜਦੋਂ ਗੱਦੀ ਸੰਭਾਲਣ ਤੋਂ ਬਾਅਦ ਇਹ ਪ੍ਰੋਜੈਕਟ ਵਾਪਸ ਲੈ ਲਿਆ, ਇਸ ਤੇ ਰੋਕ ਲਗਾ ਦਿੱਤੀ, ਤੇ ਉਸ ਨਾਲ ਕੈਨੇਡਾ ਦੇ ਉੱਤੇ ਕੀ ਪ੍ਰਭਾਵ ਪੈ ਸਕਦੇ ਨੇ, ਖਾਸ ਤੌਰ ਤੇ ਕੈਨੇਡਾ ਦੀ ਆਰਥਿਕ ਸਥਿਤੀ ਤੇ। ਇਸ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਆਪਣੇ ਮਹਿਮਾਨ ਨਾਲ। ਸਾਡੇ ਮਹਿਮਾਨ ਸਰਦਾਰ ਸੁਰਿੰਦਰਪਾਲ ਸਿੰਘ ਸਾਡੇ ਨਾਲ ਜੁੜੇ ਨੇ, ਜਿਹੜੇ ਕਿ ਆਰਥਿਕ ਮਾਮਲਿਆਂ ਦੇ ਮਾਹਰ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਬਹੁਤ ਬਹੁਤ ਸਵਾਗਤ ਹੈ ਸੁਰਿੰਦਰਪਾਲ ਜੀ ਤੁਹਾਡਾ। ਥੈਂਕ ਯੂ ਵੈਰੀ ਮਚ ਗਗਨ ਜੀ। ਮੇਰੇ ਵੱਲੋਂ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਸੁਰਿੰਦਰਪਾਲ ਜੀ, ਜਿਹੜੇ ਕੀਸਟੋਨ ਐਕਸਐਲ ਪਾਈਪਲਾਈਨ ਹੈ, ਸਭ ਤੋਂ ਪਹਿਲਾਂ ਤਾਂ ਆਰਥਿਕ ਤੌਰ ਤੇ ਜਿਹੜੀ ਇਹਨੂੰ ਹੁਣ ਬੰਦ ਕੀਤਾ ਗਿਆ, ਆਰਥਿਕ ਤੌਰ ਤੇ ਇਹਦੇ ਕੀ ਪ੍ਰਭਾਵ ਪੈ ਸਕਦੇ ਨੇ ਕੈਨੇਡੀਅਨ ਸਿਸਟਮ ਦੇ ਉੱਤੇ, ਫਾਈਨੈਂਸ਼ੀਅਲ ਸਿਸਟਮ ਦੇ ਉੱਤੇ? ਇਸ ਬਾਰੇ ਸਾਨੂੰ ਥੋੜਾ ਦੱਸੋ। ਦੇਖੋ ਜੀ, ਕੀਸਟੋਨ ਪਾਈਪਲਾਈਨ ਜਿਹੜੀ ਹੈ, ਇਹਨੂੰ ਇਹ ਵੀ ਕਿਹਾ ਜਾਂਦਾ ਹੈ ਵੀ ਇਹ ਲਾਈਫ ਲਾਈਨ ਹੈਗੀ ਹੈ, ਸਪੈਸ਼ਲੀ ਸਾਡੇ ਵੈਸਟਰਨ ਪ੍ਰੋਵਿੰਸਸ ਲਈ, ਅਲਬਰਟਾ ਲਈ। ਪਿੱਛੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਜੇਸਨ ਕੈਨੀ ਜਿਹੜੇ ਅਲਬਰਟਾ ਦੇ ਪ੍ਰੀਮੀਅਰ ਨੇ, ਉਹਨਾਂ ਨੇ more than $1 billion ਚ ਇਨਵੈਸਟਮੈਂਟ ਵੀ ਕੀਤਾ ਹੈਗਾ ਜੀ, ਕਿਉਂਕਿ ਇਟਸ ਲਾਈਕ ਸੌਰਟ ਆਫ ਅ ਲਾਈਫ ਲਾਈਨ ਫॉर दैट ਪ੍ਰੋਵਿੰਸ ਜੀ। ਲੇਕਿਨ ਇਹ ਕੀਸਟੋਨ ਪਾਈਪਲਾਈਨ ਚਰਚਾ ਦਾ ਵਿਸ਼ਾ ਰਹੀ ਜਦੋਂ ਤੋਂ ਇਹ ਬਣਨੀ ਸ਼ੁਰੂ ਹੋਈ ਸੀ। ਇਹ ਮੈਂ ਦੱਸ ਦਿਆਂ ਆਪਣੇ ਦਰਸ਼ਕਾਂ ਨੂੰ ਕਿ 2008 ਦੇ ਅੰਦਰ ਜਦੋਂ ਸਟੀਫਨ ਹਾਰਪਰ ਵਾਸ ਦੀ ਸਾਡੇ ਪ੍ਰਾਈਮ ਮਿਨਿਸਟਰ ਸੀਗੇ, ਉਦੋਂ ਆਇਲ ਦਾ ਰੇਟ ਜਿਹੜਾ ਹੈ ਇੰਟਰਨੈਸ਼ਨਲ ਮਾਰਕੀਟ $140 ਪਰ ਬੈਰਲ ਪਹੁੰਚ ਚੁੱਕਿਆ ਸੀਗਾ। ਉਸ ਟਾਈਮ ਇਹ ਪਾਈਪਲਾਈਨ ਸ਼ੁਰੂ ਕੀਤੀ ਗਈ ਸੀ ਵੀ ਕਿਸੇ ਤਰੀਕੇ ਨਾਲ ਇਹਨੂੰ ਜਿਹੜਾ ਹੈ ਗਲਫ ਕੋਸਟ ਤੇ ਆਪਣੇ ਸਾਡੇ ਜਿਹੜਾ ਆਇਲ ਹੈ ਉਹਨੂੰ ਗਲਫ ਕੋਸਟ ਤੇ ਲਿਜਾ ਕੇ ਡਾਇਰੈਕਟ ਜਿਹੜਾ ਹੈ ਜਿਹੜੇ ਥਰਡ ਵਰਲਡ ਕੰਟਰੀਜ਼ ਨੇ, ਦੂਸਰੇ ਕੰਟਰੀਜ਼ ਨੇ ਜਿਹੜੇ, ਉੱਥੇ ਜਿਹੜਾ ਹੈ ਇਹਨੂੰ ਐਕਸਪੋਰਟ ਕੀਤਾ ਜਾਵੇ। ਲੇਕਿਨ ਇਹ ਚਰਚਾ ਦਾ ਵਿਸ਼ਾ ਬਣੀ ਰਹੀ। ਦੇਖੋ, ਓਬਾਮਾ ਸਾਹਿਬ ਦਾ ਵੀ ਇਹਦੇ ਅੰਦਰ ਜਿਹੜਾ ਸੀਗਾ ਉਹ ਹੀ ਵਾਸ ਆਲਸੋ ਟੋਟਲੀ ਅਗੇਂਸਟ ਦਿਸ ਥਿੰਗ। ਉਹਨਾਂ ਨੇ ਵੀ ਰੋਕ ਲਗਾਇਆ। ਓਬਾਮਾ ਸਾਹਿਬ ਤੋਂ ਬਾਅਦ ਤੁਸੀਂ ਦੇਖੋ ਕਿ ਓਬਾਮਾ ਸਾਹਿਬ ਦਾ ਜਿਹੜਾ ਸਟੈਂਡ ਸੀਗਾ ਉਹ ਪਹਿਲੇ 4 ਸਾਲ ਇੰਨਾ ਹਾਰਡ ਨਹੀਂ ਸੀ ਅਗੇਂਸਟ ਪਾਈਪਲਾਈਨ। ਉਹਦੀ ਵਜ੍ਹਾ ਇਹ ਸੀ ਕਿ ਓਬਾਮਾ ਸਾਹਿਬ ਨੇ ਜਦੋਂ ਕਾਰਜਕਾਰ ਸੰਭਾਲਿਆ ਸੀ 2008 ਦੇ ਅੰਦਰ, this was like a global financial crisis. So his priority at that time was ki how to address this global financial crisis, economy ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਏ। ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦਾ ਇਹ ਸੀਗਾ ਵੀ ਗ੍ਰੀਨ ਐਨਰਜੀ ਜਿਹੜੀ ਹੈ ਉਹਦੀ ਗੱਲ ਕੀਤੀ ਜਾਏ, ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਕੈਂਸਲ ਕੀਤਾ ਸੀਗਾ। ਲੇਕਿਨ ਤੁਹਾਨੂੰ ਪਤਾ ਹੈ ਉਸ ਤੋਂ ਬਾਅਦ ਜਦੋਂ ਓਬਾਮਾ ਸਾਹਿਬ ਤੋਂ ਬਾਅਦ ਇਲੈਕਸ਼ਨ ਮਿਸਿਸ ਕਲਿੰਟਨ ਨੇ, ਹਿਲਰੀ ਕਲਿੰਟਨ ਨੇ ਲੜੇ ਸੀ, ਉਹਨੇ ਵੀ ਆਪਣੇ ਮੈਨੀਫੈਸਟੋ 'ਚ ਕਿਹਾ ਸੀਗਾ ਵੀ ਇਹ ਆਉਂਦੇ ਸਾਰ ਮੈਂ ਇਹਨੂੰ ਕੈਂਸਲ ਕਰ ਦਿਆਂਗੀ। ਔਰ ਸੋ ਇਸ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਵੀ ਇਹੀ ਸਟੈਂਡ ਸੀਗਾ, ਮੈਨੀਫੈਸਟੋ 'ਚ ਵੀ ਇਹ ਸੀਗਾ। ਮਤਲਬ ਇਹ ਮਿਸਟਰ ਬਾਈਡਨ ਦਾ ਇੰਡੀਵਿਜੂਅਲ ਡਿਸੀਜ਼ਨ ਨਹੀਂ ਹੈਗਾ, ਇਹ ਡੈਮੋਕ੍ਰੈਟਿਕ ਪਾਰਟੀ ਦਾ ਇੱਕ ਪਾਰਟੀ ਕੈਡਰ ਦਾ ਡਿਸੀਜ਼ਨ ਹੈ। ਉਹਨਾਂ ਦੇ ਜਿਹੜੇ ਵੋਟਰਸ ਨੇ 75 ਮਿਲੀਅਨ ਲੋਕਾਂ ਨੇ ਜਿਹਨਾਂ ਨੂੰ ਵੋਟ ਦਿੱਤਾ ਆ, ਇਹ ਉਹਨਾਂ ਦਾ ਡਿਸੀਜ਼ਨ ਹੈਗਾ ਆ। ਐਕਸਪੈਕਟਡ ਸੀ ਡਿਸੀਜਨ, ਆਉਣਾ ਹੀ ਆਉਣਾ ਸੀ, ਇਹ ਆਉਣਾ ਹੀ ਆਉਣਾ ਸੀ ਸਰ। ਦਿਸ ਵਾਸ ਲਾਈਕ ਜਿਹਨੂੰ ਕਹਿੰਦੇ ਨਾ ਕਿ ਇਟ ਵਾਸ ਰਿਟਨ ਔਨ ਦ ਵਾਲ, ਯੂ ਕੈਨ ਨਾਟ ਡਿਨਾਈ ਇਟ। ਲੇਕਿਨ ਇਹ ਵੀ ਮੈਂ ਦੱਸ ਦਿਆਂ ਵੀ ਇਹ ਟੈਂਪਰੇਰੀਲੀ ਤਾਂ ਠੀਕ ਹੈ, ਜ਼ਰੂਰ ਕੈਨੇਡਾ ਨੂੰ ਇਹਦੇ ਲਈ ਬਹੁਤ ਝਟਕਾ ਲੱਗੇਗਾ। ਲੇਕਿਨ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਾਡੀਆਂ 2 ਹੋਰ ਪਾਈਪਲਾਈਨ ਆਲਰੇਡੀ ਕੰਮ ਕਰ ਰਹੀਆਂ ਨੇ, ਸਪੈਸ਼ਲੀ ਐਨਬ੍ਰਿਜ ਦੀ ਜਿਹੜੀ ਲਾਈਨ 3 ਹੈ, ਜਿਹੜੀ ਕਿ ਉਹ ਮਿਡਵੈਸਟ ਨੂੰ ਲੈ ਕੇ ਜਾਂਦੀ ਹੈ, ਔਰ ਟਰਾਂਸ ਮਾਊਂਟੇਨ ਐਕਸਪੈਂਸ਼ਨ ਪ੍ਰੋਜੈਕਟ ਜਿਹੜਾ ਹੈ ਉਹ ਪੈਸੀਫਿਕ ਨੂੰ ਲੈ ਕੇ ਜਾਂਦਾ ਹੈ। ਤੇ 2 ਪਾਈਪਲਾਈਨ ਜਿਹੜੀਆਂ ਆਲਰੇਡੀ ਉਹ ਕੰਮ ਕਰ ਰਹੀਆਂ, ਦੇ ਵਿਲ ਕੈਰੀ ਆਲਮੋਸਟ 860,000 ਬੈਰਲਸ ਪਰ ਡੇ। ਸੋ ਲੇਕਿਨ ਇਹ ਸਭ ਤੋਂ ਵੱਡੀ ਪਾਈਪਲਾਈਨ ਸੀਗੀ। ਇਹਦੇ ਨਾਲ ਠੀਕ ਹੈ ਫਿਲਹਾਲ ਜਿਹੜਾ ਝਟਕਾ ਲੱਗਿਆ ਹੈਗਾ, ਲੇਕਿਨ ਸਵਾਲ ਇਹ ਹੈ ਕਿ ਇਟਸ ਗੋਇੰ ਬੀ a diplomatic issue and it's a challenging issue for Mr. Trudeau also ਕਿ ਕਿਸ ਤਰ੍ਹਾਂ ਇਹਨੂੰ ਜਿਹੜਾ ਹੈ ਉਹ ਰਿਜ਼ੋਲਵ ਕਰਦੇ ਨੇ। ਅੱਜ ਵੀ ਮੈਂ ਖਬਰਾਂ ਸੁਣ ਰਿਹਾ ਸੀ ਵੀ ਅੱਧੇ ਘੰਟੇ ਜਿਹੜੀ ਗੱਲਬਾਤ ਹੋਈ ਹੈ ਉਹਦੇ 'ਚ ਉਹਨਾਂ ਨੇ ਉਹਨਾਂ ਤੋਂ ਟਾਈਮ ਮੰਗਿਆ ਵੀ ਕਿਸ ਤਰ੍ਹਾਂ ਅਸੀਂ ਬਾਅਦ ਜਿਹੜੀ ਹੈ ਇਹ ਗੱਲ ਕਰ ਸਕਦੇ ਹਾਂ, ਕਿਉਂਕਿ ਅੱਜ ਤੇ ਸਭ ਮੁਬਾਰਕਬਾਦ ਦੀ ਗੱਲ ਕਰਨੀ ਸੀ ਉਹਨਾਂ ਨੇ। ਬਿਲਕੁਲ, ਹਜੇ ਤਾਂ ਪਹਿਲੀ ਫਾਰਮਲ ਟਾਕ ਸੀ ਜੀ। just a formal talk. So that is an issue that will be always there. ਹਾਲਾਂਕਿ ਤੁਸੀਂ ਅੱਜ ਸੁਣਿਆ ਹੋਣਾ ਕਿ ਜੇਸਨ ਕੈਨੀ ਸਾਹਿਬ ਜਿਹੜੇ ਕਹਿੰਦੇ ਨੇ ਜੀ ਕੈਨੇਡਾ ਨੂੰ ਜਿਹੜਾ ਹੈ ਸੈਂਕਸ਼ਨਸ ਲਗਾ ਦੇਣੀਆਂ ਚਾਹੀਦੀਆਂ ਅਮਰੀਕਾ ਤੇ। that is that kind of a confronting attitude or behavior gone with Mr. Trump. ਜੀ, ਮੈਂ ਇਸੇ ਬਾਰੇ ਤੁਹਾਡੇ ਨਾਲ ਅਗਲੀ ਗੱਲ ਕਰਨੀ ਸੀ ਕਿ ਬਹੁਤ ਜ਼ਿਆਦਾ ਸਾਡੇ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਅਮਰੀਕਾ ਹੈ। 700 ਬਿਲੀਅਨ ਅਮਰੀਕਨ ਡਾਲਰ ਤੋਂ ਵੱਧ ਦਾ ਅਸੀਂ ਇੱਕ ਦੂਜੇ ਨਾਲ ਇੰਪੋਰਟ ਐਕਸਪੋਰਟ ਕਰਦੇ ਹਾਂ। ਸੋ ਜੇਕਰ ਆਪਾਂ ਇਸ ਤਰ੍ਹਾਂ ਦੀਆਂ ਸੈਂਕਸ਼ਨਸ ਦੀਆਂ, ਫਾਈਨੈਂਸ਼ੀਅਲ ਸੈਂਕਸ਼ਨਸ ਦੀ ਗੱਲ ਕਰਾਂਗੇ ਕਿ ਕੋਈ ਰੋਕਾਂ ਲਗਾ ਦੀ ਇਸ ਤਰ੍ਹਾਂ ਦੀਆਂ, ਉਸ ਦਾ ਕੀ ਪ੍ਰਭਾਵ ਪੈ ਸਕਦਾ ਹੈ? ਕਿ ਉਹ ਸਾਡੇ ਲਈ ਜ਼ਿਆਦਾ ਨੁਕਸਾਨਦਾਇਕ ਨਹੀਂ ਰਹੇਗਾ ਕੈਨੇਡਾ ਲਈ? ਬਿਲਕੁਲ ਸਰ, ਆਪਣੇ
ਪੈਰ ਤੇ ਕੁਹਾੜੀ ਮਾਰਨ ਵਾਲੀ ਗੱਲ ਆ। ਜੀ ਇਹ ਤੇ ਇੱਕ ਇਮੋਸ਼ਨਲ ਗੱਲ ਕਰਤੀ ਵੀ ਅਸੀਂ ਐਕਸਪੋਰਟ ਕਿਹਨੂੰ ਕਰਾਂਗੇ, ਸਾਡੇ ਕੋਲ ਕਿੱਦਾਂ ਦਾ ਇਨਫਰਾਸਟ੍ਰਕਚਰ ਹੈਗਾ ਆ। ਜੀ ਠੀਕ ਹੈ, ਵੀ ਆਰ ਨਾਓ ਲੁਕਿੰਗ ਟੂ ਐਕਸਪੈਂਡ ਆਵਰ ਐਕਸਪੋਰਟਸ ਟੂ ਚਾਈਨਾ, ਇੰਡੀਆ ਔਰ ਯੂਰਪ, ਲੇਕਿਨ ਸਾਡਾ ਇਸ ਵਕਤ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਮੋਸਟਲੀ ਡਿਪੈਂਡੈਂਟ ਕੈਨੇਡੀਅਨ ਐਕਸਪੋਰਟ ਦਾ ਅਮਰੀਕਾ ਤੇ ਹੈਗਾ ਆ। ਜੀ ਔਰ ਆਈ ਥਿੰਕ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਹੈ may lean down or may bow down in future, but as of now it's a no ਔਰ ਇਹਦੇ ਬਾਰੇ ਜਿਹੜੀ ਹੈ ਜਿਹਨੂੰ ਕਹਿੰਦੇ ਨਾ ਕਿ ਤੁਸੀਂ ਜਿਹੜੀ ਹੁਣ ਨਵੀਂ ਜਿਵੇਂ ਕੋਈ ਗੱਲ ਦੁਲਹਨ ਘਰ ਚਾਹੀਏ ਤਾਂ ਤੁਸੀਂ ਆਂਦੇ ਸਾਰ ਉਹਦਾ ਪੁਆਰਾ ਪਾ ਦਿਓ, ਤਾਂ ਉਹ ਗੱਲ ਵੀ ਚੰਗੀ ਨਹੀਂ ਹੋਏਗੀ। ਆਈ ਥਿੰਕ ਸਮਾਰਟ ਇਹੀ ਹੈ ਕਿ ਜੋ ਮਿਸਟਰ ਟਰੂਡੋ ਆਪਣਾ ਸਟੈਂਡ ਲਿਆ ਵੀ ਇਹਨੂੰ ਆਸਤਾ ਰਿਜ਼ੋਲਵ ਕੀਤਾ ਜਾਏਗਾ। ਔਰ ਵੈਸੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਦੇਖੋ ਦੇ ਗੋਣਾ ਸਾਈਨ ਦ ਪੈਰਿਸ ਐਗਰੀਮੈਂਟ ਅਗੇਨ, ਉਹੀ ਗ੍ਰੀਨ એનર્ਜੀ ਦੀ ਗੱਲ ਕੀਤੀ ਜਾਏਗੀ। ਕੈਨੇਡਾ ਵੀ ਉਹਦੇ ਅੰਦਰ ਮੋਹਰੀ ਹੈਗਾ। ਬਿਲਕੁਲ ਆਪਾਂ ਇਸ ਬਾਰੇ ਗੱਲ ਜ਼ਰੂਰ ਕਰਦੇ ਆ ਕਿ ਕਲਾਈਮੇਟ ਚੇਂਜ ਜਿਹੜੀ ਪਾਲਿਸੀ ਹੈ ਦੋਨਾਂ ਦੇਸ਼ਾਂ ਦੀ ਹੁਣ ਇਸ ਵੇਲੇ ਦੋਨਾਂ ਐਡਮਿਨਿਸਟ੍ਰੇਸ਼ਨ ਦੀ ਲਗਭਗ ਸੀਮਾ ਪਰ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਕਮਰਸ਼ੀਅਲ, ਤੇ ਉਸ ਤੋਂ ਬਾਅਦ ਆਪਾਂ ਗੱਲ ਜਾਰੀ ਰੱਖਦੇ ਹਾਂ ਜੀ। मैं अभय माथुर। नायग्रा रीजन में किसी को भी प्रॉपर्टी की बाइंग और सेलिंग करनी हो, छोटी इन्वेस्टमेंट करनी हो या अपने रहने के लिए घर खरीदना हो, और किसी को बड़ी इन्वेस्टमेंट करनी हो कमर्शियल के बारे में भी, तो भी मुझे कांटेक्ट कर सकते हैं। और नायग्रा फॉल बहुत ही सुंदर जगह है, मैं सबको इनवाइट करता हूँ, आप वहाँ पर आइए। मेरे बहुत ही अच्छे ताल्लुकात हैं सिटी के साथ में भी और लोकल लोगों के साथ में भी। मुझे कांटेक्ट करें और मेरा नंबर है 9059783788। इस तेज चलते वक्त में एक सही फैसला ही आपकी कामयाबी है। एक सही फैसला जो आपकी मेहनत को समर दे, जो आपके इंतजार को मंजिल तक पहुंचाए। इसीलिए तो साल हा साल से आपका जाना पहचाना नाम वाजिद मलिक है हर वक्त आपके साथ। अ रियल एस्टेट एंड इन्वेस्टमेंट एक्सपर्ट, साउथ एशियन कम्युनिटी की जान। फ्रॉम कॉन्डो, टाउन हाउस या हो कोई मेगा कमर्शियल प्रोजेक्ट, इनके लिए है हर क्लाइंट इक्वली इंपॉर्टेंट। वाजिद मलिक। सो कॉल नाउ 416-827-3333 416-827-3333 or visit wajidmalik.com. Proven trusted name in the community. ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified. Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. Canada ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, so beware of copycats. ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਸਾਡੇ ਨਾਲ ਗੱਲ ਕਰ ਰਹੇ ਨੇ ਸੁਰਿੰਦਰਪਾਲ ਸਿੰਘ ਹੁਣੀ ਜੋ ਕਿ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਔਰ ਗੱਲ ਕਰ ਰਹੇ ਆਪਾਂ ਕੀਸਟੋਨ ਪਾਈਪਲਾਈਨ ਦੇ ਪ੍ਰਭਾਵ ਜਿਹੜੇ ਪੈ ਰਹੇ ਨੇ ਹੁਣ ਕੈਨੇਡਾ ਦੀ ਇਕੋਨਮੀ ਤੇ ਜਿਹੜੇ ਪੈ ਸਕਦੇ ਨੇ ਫਿਊਚਰ ਦੇ, ਕਿਉਂਕਿ ਉਹ ਪਾਈਪਲਾਈਨ ਤੇ ਰੋਕ ਲਗਾਈ ਗਈ ਹੈ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ। ਸੋ ਸੁਰਿੰਦਰਪਾਲ ਜੀ, ਜਿਸ ਤਰ੍ਹਾਂ ਕਲਾਈਮੇਟ ਚੇਂਜ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਪਹਿਲਾਂ ਬ੍ਰੇਕ ਤੋਂ ਕਿ ਕਲਾਈਮੇਟ ਚੇਂਜ ਦੀ ਪਾਲਿਸੀ ਲਗਭਗ ਹੁਣ ਸੇਮ ਹੋ ਗਈ ਹੈ ਦੋਨਾਂ ਦੇਸ਼ਾਂ ਦੀ। ਪੈਰਿਸ ਅਕੋਰਡ ਦੇ ਵਿੱਚ ਕੈਨੇਡਾ ਪਹਿਲਾਂ ਤੋਂ ਸ਼ਾਮਲ ਹੈ, ਜਿਸ ਤਰ੍ਹਾਂ ਡੋਨਲਡ ਟਰੰਪ ਹੁਣੀ ਉਸ 'ਚੋਂ ਨਿਕਲ ਗਏ ਸਨ, ਪਰ ਹੁਣ ਜੋ ਬਾਈਡਨ ਹੁਣੀ ਦੁਆਰਾ ਉਸ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸੋ ਤੁਹਾਨੂੰ ਨਹੀਂ ਲੱਗਦਾ ਜਦੋਂ ਕਲਾਈਮੇਟ ਚੇਂਜ ਤੇ ਦੋਨੋਂ ਦੇਸ਼ ਇੱਕੋ ਹੀ ਧਰਾਤਲ ਤੇ ਨੇ, ਉਦੋਂ ਇਹ ਕਹਿਣਾ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਉਸ ਤੇ ਨਾ ਰੋਕ ਲਗਾਈ ਜਾਵੇ ਉਹ ਥੋੜੀ ਮੁਸ਼ਕਲ ਹੋ ਜਾਂਦੀ ਹੈ ਟਰੂਡੋ ਗਵਰਨਮੈਂਟ ਦੇ ਲਈ? ਬਿਲਕੁਲ ਸਹੀ ਕਹਿ ਰਹੇ ਹੋ ਸਰ। ਇੱਕੋ ਬੰਦਾ ਤੁਸੀਂ ਦੋਗਲੀ ਨੀਤੀ ਜਿਹੜੀ ਹੈ ਨਹੀਂ ਅਪਣਾ ਸਕਦੇ, ਔਰ ਇਸੇ ਕਰਕੇ ਇਟਸ ਅ ਚੈਲੰਜ ਫॉर ਮਿਸਟਰ ਟਰੂਡੋ ਐਜ਼ ਵੈਲ। ਲੇਕਿਨ ਇਹ ਤੁਸੀਂ ਕਹਿ ਲਓ ਕਿ ਅਨਫੋਰਚੂਨਟਲੀ ਆਵਰ ਇਕੋਨਮੀ in the western provinces totally dependent on the oil, so this
ਦਿਸ ਇਜ਼ ਅ ਪੋਲੀਟੀਕਲ ਇਸ਼ੂ। ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਇਸ ਵਾਰੀ ਜਿਹੜੇ ਪਿਛਲੇ ਇਲੈਕਸ਼ਨ 'ਚ ਵੀ ਸੀਗੇ, ਲਿਬਰਲਸ ਗॉट 0 ਸੀਟ ਫਰਮ ਅਲਬਰਟਾ। ਜੀ ਸੋ ਡੋਂਟ ਐਕਸਪੈਕਟ ਕਿ ਵੀ ਅਗਲੇ ਇਲੈਕਸ਼ਨ 'ਚ ਵੀ ਕੋਈ ਮਤਲਬ ਉਹਨਾਂ ਨੂੰ ਕੋਈ ਹੁੰਗਾਰਾ ਉੱਥੋਂ ਮਿਲਣਾ ਆ। ਸੋ ਦਿਸ ਇਜ਼ ਗੋਇੰਗ ਟੂ ਬੀ ਅ ਚੈਲੰਜਿੰਗ। ਔਰ ਇਹ ਜਦੋਂ ਤੁਹਾਨੂੰ ਪਤਾ ਕੋਈ ਚੈਲੰਜ ਆਉਂਦਾ ਹੈ, ਠੀਕ ਹੈ, ਚੈਲੰਜ ਇੱਕ ਸੂਬੇ ਤੇ ਨਹੀਂ ਹੈ, ਪੂਰੇ ਕੰਟਰੀ ਤੇ ਹੈਗਾ। 15% ਆਫ ਆਰ ਇਕਨੋਮੀ ਸਟਿਲ ਡਿਪੈਂਡ ਔਨ ਦੀ ਆਇਲ, ਬਟ ਸਲੋਲੀ ਸਾਨੂੰ ਆਇਲ ਤੇ ਆਪਣੀ ਡਿਪੈਂਡੈਂਸ ਘਟਾਉਣੀ ਪੈਣੀ ਹੈ, ਦੂਸਰੇ ਸੈਕਟਰ ਦੇ ਅੰਦਰ ਵਧਾਉਣੀ ਪੈਣੀ ਹੈ। ਇਟ ਵਿਲ ਟੇਕ ਸਮ ਟਾਈਮ। ਔਰ ਐਜ਼ ਸੱਚ ਤੁਸੀਂ ਦੇਖਿਆ ਕਿ ਡਿਊਰਿੰਗ ਦ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਹੈ, ਅਮਰੀਕਾ ਨੇ ਆਪਣੀ ਸ਼ੇਲ ਆਇਲ ਦੀ ਪ੍ਰੋਡਕਸ਼ਨ ਜਿਹੜੀ ਵਧਾ ਦਿੱਤੀ ਸੀਗੀ। ਜੀ ਔਰ ਲੇਕਿਨ ਦਿਸ ਇਜ਼ ਟੋਟਲੀ ਯੂ ਟਰਨ ਪਾਲਿਸੀ ਫॉर ਮਿਸਟਰ ਬਾਈਡਨ, ਜਿਹੜੀ ਕਿ ਚੰਗੀ ਗੱਲ ਹੈਗੀ ਆ। ਲੇਕਿਨ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਵੀ ਚੰਗੀ ਚੀਜ਼ ਜਿਹੜੀ ਆ ਉਹ ਯੂ ਟਰਨ ਨਾਲ ਨਹੀਂ ਹੁੰਦੀ। ਯੂ ਆਲਵੇਜ਼ ਹੈਵ ਟੂ ਟੇਕ ਸਮ ਪੇਨ, ਸੋ ਦੈਟ ਪੇਨ ਵੀ ਆਰ ਗੋਇੰਗ ਟੂ ਬੀਅਰ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕਿ ਜਿਹੜੀ ਅਲਬਰਟਾ, ਖਾਸ ਤੌਰ 'ਤੇ ਜਦੋਂ ਆਪਾਂ ਅਲਬਰਟਾ ਦੀ ਗੱਲ ਕਰੀਏ, ਮੈਂ ਅਲਬਰਟਾ 'ਚ ਰਿਹਾ ਵੀ ਔਰ ਦੇਖਿਆ ਕਿ ਉੱਥੋਂ ਦੀ ਇਕੋਨਮੀ ਮੋਸਟਲੀ ਸਾਰੀ ਆਇਲ 'ਤੇ ਡਿਪੈਂਡਡ ਆ। ਆਇਲ ਰਿਗਸ ਚੱਲਦੀਆਂ ਨੇ। ਮੈਂ ਰੂਰਲ ਪਾਰਟ 'ਚ ਦੇਖਿਆ ਜਗ੍ਹਾ 'ਤੇ ਆਇਲ ਰਿਗਸ ਲੱਗੀਆਂ ਹੋਈਆਂ ਨੇ। ਉੱਥੇ ਦੇ ਜਿਹੜੇ ਲੋਕਾਂ ਦੇ ਉੱਤੇ ਇਹਨਾਂ ਫੈਸਲਿਆਂ ਦਾ ਬਹੁਤ ਪ੍ਰਭਾਵ ਪੈਂਦਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਸਾਡੀ ਰੋਜੀ ਰੋਟੀ ਹੀ ਹੱਥੋਂ ਚਲੇ ਜਾਣੀਆਂ। ਤੁਹਾਨੂੰ ਕੀ ਲੱਗਦਾ ਕਿ ਕਿਹੜੇ ਹੋਰ ਉਹਨਾਂ ਦੇ ਲਈ ਕੋਈ ਨਾ ਕੋਈ ਵਿਕਲਪ ਹੋ ਸਕਦੇ ਨੇ ਜਿਸ ਨਾਲ ਉਹਨਾਂ ਦੀ ਇਕੋਨਮੀ ਸਰਵਾਈਵ ਕਰੇ? ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲਾ ਫਿਊਚਰ ਜਿਸ ਤਰ੍ਹਾਂ ਕਹਿੰਦੇ ਕਲੀਨ ਐਨਰਜੀ ਦਾ ਹੈ, ਕਿਸੇ ਨਾ ਕਿਸੇ ਤਰ੍ਹਾਂ ਹੌਲੀ ਬਾਕੀ ਦੇਸ਼ ਦੁਨੀਆ ਦੇ ਵੀ ਦੂਰ ਹੋ ਰਹੇ ਨੇ ਫੋਸਲ ਫਿਊਲ ਬੇਸਡ ਐਨਰਜੀ ਤੋਂ, ਤੇ ਅਲਬਰਟਾ ਦੇ ਲਈ ਵੀ ਕੋਈ ਆਪਸ਼ਨ ਬਣ ਸਕਦੀ ਹੈ? ਦੇਖੋ ਗਗਨ ਜੀ, ਆਇਲ ਇਜ਼ ਸੱਚ ਅ ਕਮੋਡਿਟੀ, ਇਟ ਹੈਜ਼ ਆਲਰੇਡੀ ਸੀਨ ਇਟਸ ਪੀਕ। ਬਿਲਕੁਲ ਆਇਲ ਦਾ ਕੋਈ ਅੱਗੇ ਗ੍ਰੇਟ ਫਿਊਚਰ ਨਹੀਂ ਹੈਗਾ। ਚਲੋ ਅਸੀਂ ਤੇ ਫਿਰ ਵੀ ਚੰਗੇ ਕੰਟਰੀ ਹੈ ਜਿੱਦਾਂ ਕਿ ਸਿਰਫ 15% ਇਕਨੋਮੀ ਡਿਪੈਂਡ ਕਰਦੀ ਆਇਲ ਤੇ। ਇਮੈਜਿਨ ਦੋਜ਼ ਗਲਫ ਕੰਟਰੀਜ਼, ਸਾਊਦੀ ਔਰ ਅਦਰ ਕੰਟਰੀਜ਼ which are 100% dependent on the oil, what will happen to those countries? ਤੇ ਜਦੋਂ ਤੁਹਾਨੂੰ ਰਾਈਟਿੰਗ ਕਲੀਅਰ ਹੈਗੀ ਵਾਲ ਤੇ that the shift is happening in the economy, ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇਲੈਕਟ੍ਰਿਕ ਵਹੀਕਲਸ ਨੇ, ਫਿਊਲ ਸੈਲਸ ਨੇ, ਅਲਟਰਨੇਟਿਵ ਐਨਰਜੀ ਹੈ, ਗ੍ਰੀਨ ਐਨਰਜੀ ਹੈ, ਹੁਣ ਇਹਦਾ ਟਾਈਮ ਆ ਰਿਹਾ। ਆਇਲ ਦਾ ਜਿਹੜਾ ਹੈ ਉਹ ਟਾਈਮ ਲੰਘ ਗਿਆ ਹੈਗਾ। ਆਇਲ ਹੈਜ਼ ਆਲਰੇਡੀ ਸੀਨ ਇਟਸ ਪੀਕ। ਸੋ ਹੁਣ ਵੀ ਆਇਲ ਠੀਕ ਹੈ 50 to 51 $52 ਪਰ ਬੈਰਲ ਤੇ ਹੈਗਾ। ਲੇਕਿਨ ਜਿਹੜੀ ਆਇਲ ਜਿਹੜਾ ਕਾਫੀ ਮਹਿੰਗਾ ਪੈਂਦਾ, ਤੁਹਾਨੂੰ ਪਤਾ ਆਇਲ ਸੈਂਡਸ ਤੋਂ ਅਸੀਂ ਆਇਲ ਕੱਢਦੇ ਹਾਂ, ਉਹਦੀ ਪ੍ਰੋਡਕਸ਼ਨ ਕਾਸਟ ਜਿਹੜੀ ਹੈ ਬਹੁਤ ਹਾਈ ਪੈਂਦੀ ਹੈਗੀ ਆ। ਇਸ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਇਹਨੂੰ ਵੀ ਕੰਪੀਟ ਕਰਨਾ ਬਹੁਤ ਔਖਾ ਹੁੰਦਾ ਸਾਡੇ ਕੈਨੇਡੀਅਨ ਕੰਪਨੀਜ਼ ਲਈ। ਲੇਕਿਨ ਹੈਵਿੰਗ ਸੈਡ ਦਿਸ ਥਿੰਗ, ਐਜ਼ ਯੂ ਰਾਈਟਲੀ ਸੈਡ, ਕਿ ਵਿਚਾਰੇ ਅਲਬਰਟਾ ਦੇ ਲੋਕ ਕੀ ਕਰਨਗੇ ਜਿਨ੍ਹਾਂ ਦਾ ਕਿ ਸਾਰਾ ਕੁਝ ਹੀ ਆਇਲ ਤੇ ਹੈਗਾ ਆ। ਬਿਲਕੁਲ, ਕਿਉਂਕਿ ਕੋਈ ਉਹਨਾਂ ਨੇ ਅਲਟਰਨੇਟਿਵ ਇਕੋਨਮੀ ਨਹੀਂ ਬਣਾਈ। ਜਦੋਂ ਆਪਾਂ ਨਾਰਵੇ ਨਾਲ ਕੰਪੇਅਰ ਕਰੀਏ, ਨਾਰਵੇ ਦੇ ਵਿੱਚ ਵੀ ਬਹੁਤ ਆਇਲ ਬੇਸਡ ਹੈ, ਬਟ ਉਹਨਾਂ ਨੇ ਇੱਕ ਫੰਡ ਜਨਰੇਟ ਕੀਤਾ ਜਿਹੜਾ ਅਲਬਰਟਾ ਤੋਂ ਹੀ ਸਿੱਖਿਆ ਸੀ ਉਹਨਾਂ ਨੇ, ਤੇ ਉਹ ਇਸ ਫੰਡ ਦੇ ਵਿੱਚ ਇੰਨਾ ਕਿ ਉਹਨਾਂ ਕੋਲ ਧਨ ਇਕੱਠਾ ਕੀਤਾ ਹੋਇਆ ਕਿ ਉਹ ਫੰਡ ਲਗਾਉਂਦੇ ਨੇ ਵੱਡੀਆਂ ਕੰਪਨੀਜ਼ 'ਚ, ਤੇ ਔਰ ਉਸ ਤੋਂ ਹੋਰ ਫੰਡ ਕ੍ਰੀਏਟ ਹੋ ਰਿਹਾ। ਬਿਲਕੁਲ ਸਰ, ਅਲਬਰਟਾ ਨੇ ਵੀ ਆਈ ਥਿੰਕ ਆਲਮੋਸਟ $15 ਬਿਲੀਅਨ ਜਿਹੜਾ ਹੈ ਆਪਣਾ ਇਸ ਤਰ੍ਹਾਂ ਦਾ ਫੰਡ ਖੜਾ ਕੀਤਾ ਸੀਗਾ। ਲੇਕਿਨ ਯੂ ਨੋ ਦੈਟ the good times didn't last long, and also ਜਿਹੜੀ not only the fund, ਸਾਨੂੰ alternative sources ਜਿਹੜੇ ਨੇ ਉਹ ਖੜੇ ਕਰਨੇ ਪੈਂਦੇ ਆ। ਇੱਕ different ਤੁਹਾਨੂੰ ਜਿਹੜੇ ਆ pillars of the economy, ਤੁਹਾਨੂੰ like Alberta is very good for tourism also. ਤੁਸੀਂ ਦੇਖੋ ਉੱਥੇ Banff is a beautiful village, और विलेज कहते हैं, लेकिन इसे पता नहीं कितने वर्ल्ड अट्रैक्शन है, बहुत नेशनल पार्क बैंफ, लेक जास्पर, लेक लुइस और ड्रम हिल ਜਿਹੜਾ ਸਭ ਤੋਂ ਮਤਲਬ ਇਸ ਤਰ੍ਹਾਂ ਦੀ ਚੀਜ਼ਾਂ ਉਹਨਾਂ ਨੂੰ ਜਿਹੜੀਆਂ ਡਿਵੈਲਪ ਆਪਣੀਆਂ ਕਰਨੀਆਂ ਪੈਣਗੀਆਂ। ਔਰ ਮੈਂ ਸਮਝਦਾ ਜੀ, ਔਰ ਜਦੋਂ ਚੈਲੰਜਸ ਆਉਂਦੇ ਨੇ, ਕੈਨੇਡਾ ਐਸਾ ਕੰਟਰੀ ਹੈ ਹਮੇਸ਼ਾ ਚੈਲੰਜਸ ਤੋਂ ਉੱਭਰ ਕੇ ਹੋਰ ਵੀ ਸਟਰੋਂਗਲੀ ਬਾਹਰ ਆਇਆ। ਨਾਓ ਇਟ ਇਜ਼ ਅ ਨੈਸ਼ਨਲ ਚੈਲੰਜ ਐਂਡ ਆਈ ਐਮ ਸ਼ੋਰ ਵੀ ਵਿਲ ਕਮ ਆਊਟ ਆਫ ਦਿਸ ਥਿੰਗ। ਬਿਲਕੁਲ ਸੁਰਿੰਦਰਪਾਲ ਜੀ, ਤੁਸੀਂ ਬੜੀ ਵਧੀਆ ਲਾਸਟ 'ਚ ਗੱਲ ਕੀਤੀ ਕਿ ਇੱਕ ਚੈਲੰਜ ਹੈ, ਔਰ ਇਸ ਚੈਲੰਜ ਦੇ ਵਿੱਚ ਜੇਕਰ ਇਕੱਠੇ ਹੋ ਕੇ ਕੋਈ ਹੋਰ ਅਲਟਰਨੇਟਿਵ ਵੀ ਨਾਲ ਸੋਚਾਂਗੇ ਆਇਲ ਦੇ ਨਾਲ ਜਿਹੜੇ ਸਾਡੇ ਉਹ ਪ੍ਰੋਵਿੰਸ, ਤਾਂ ਆਪਾਂ ਜ਼ਰੂਰ ਇਹ 'ਚੋਂ ਨਿਕਲ ਸਕਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਔਰ ਸਮਾਂ ਕੱਢਣ ਲਈ। ਆਪਾਂ ਫਿਰ ਇਸ ਵਿਸ਼ੇ 'ਤੇ ਕਿਸੇ ਦਿਨ ਤੁਹਾਡੇ ਨਾਲ ਗੱਲ ਕਰਾਂਗੇ। ਇੱਕ ਵਾਰ ਫਿਰ ਪ੍ਰਵਾਸੀ ਟੀਵੀ ਵੱਲੋਂ ਧੰਨਵਾਦ। ਥੈਂਕ ਯੂ ਗਗਨ ਜੀ, ਥੈਂਕ ਯੂ ਜੀ। ਸੋ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਆਪਾਂ ਵੱਖੋ ਵੱਖਰੇ ਵਿਸ਼ਿਆਂ 'ਤੇ ਗੱਲ ਕੀਤੀ ਕਿ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਪ੍ਰਸ਼ਾਸਨ ਬਦਲਿਆ ਔਰ ਕੀ ਉੱਥੇ ਹੋ ਰਿਹਾ, ਔਰ ਭਾਰਤ 'ਚ ਜੋ ਕਿਸਾਨ ਅੰਦੋਲਨ ਹੈ ਉਸ ਦੇ ਵਿੱਚ ਕਿਵੇਂ ਚੱਲ ਰਿਹਾ, ਉਸ ਬਾਰੇ ਵੀ ਗੱਲ ਕੀਤੀ। ਸੋ ਦੁਨੀਆ ਅਤੇ ਦੇਸ਼ਾਂ ਦੇ ਵਿੱਚ ਨਵੀਆਂ ਗਤੀਵਿਧੀਆਂ ਚੱਲ ਰਹੀਆਂ, ਔਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੱਲ੍ਹ ਨੂੰ ਫਿਰ ਨਵੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹੋਵਾਂਗਾ। ਤੁਸੀਂ ਜ਼ਰੂਰ ਸਾਡੇ ਨਾਲ ਜੁੜਨਾ। ਧੰਨਵਾਦ, ਮਿਹਰਬਾਨੀ।